ਹੈਲੋ ਵੈਲਕਮ ਬੈਕ ਗਾਇਜ਼। ਅੱਜ ਆਪਾਂ ਲੈਕਚਰ ਨੰਬਰ 5 ਤੇ ਗੱਲ ਕਰਾਂਗੇ ਬਿਜ਼ਨਸ ਸਟੱਡੀਜ਼ +2 ਕਲਾਸ। ਪਹਿਲੇ 4 ਲੈਕਚਰਸ ਦੇ ਵਿੱਚ ਅਸੀਂ ਮੈਨੇਜਮੈਂਟ ਦਾ ਮੀਨਿੰਗ, ਉਸ ਦੇ ਫੀਚਰਸ, ਉਸ ਦੇ ਆਬਜੈਕਟਿਵਸ ਤੇ ਉਸ ਦੇ ਨੇਚਰ ਦੇ ਵਿੱਚ 3 ਪੁਆਇੰਟਾਂ ਦੀ ਗੱਲ ਕਰ ਚੁੱਕੇ। ਅੱਜ ਅਸੀਂ ਨੈਕਸਟ ਗੱਲ ਕਰਨੇ ਆ ਜਿੱਥੇ ਅਸੀਂ ਲਾਸਟ ਟੌਪਿਕ ਛੱਡਿਆ ਸੀ ਕਿ ਮੈਨੇਜਮੈਂਟ ਦੇ ਵਿੱਚ ਕੁਝ ਲੈਵਲਸ ਹੁੰਦੇ ਆ। ਅੱਜ ਅਸੀਂ ਉਸ ਟੌਪਿਕ 'ਤੇ ਗੱਲ ਕਰਨੀ ਹੈ, ਦੈਟ ਆਰ ਲੈਵਲਸ ਆਫ ਮੈਨੇਜਮੈਂਟ। ਕਿ ਮੈਨੇਜਮੈਂਟ ਦੇ ਕੁਝ ਲੈਵਲਸ ਹੁੰਦੇ ਆ, ਉਹ ਕਿਹੜੇ ਲੈਵਲ ਹੁੰਦੇ ਆ, ਅੱਜ ਅਸੀਂ ਉਸ 'ਤੇ ਗੱਲ ਕਰਨੀ ਹੈ। ਸੋ ਲੈਵਲ ਦੀ ਅਸੀਂ ਗੱਲ ਕਰੀਏ ਕਿ ਲੈਵਲਸ ਕੀ ਨੇ। ਬੇਸਿਕਲੀ ਜੇ ਅਸੀਂ ਦੇਖੀਏ ਕਿ ਮੀਨਿੰਗ ਦੇ ਵਿੱਚ ਦੇਖੀਏ ਕਿ ਲੈਵਲਸ ਹੁੰਦੇ ਕੀ ਹੈ। Levels are arrangement of managers at different positions with different functions। ਕਿ ਕੀ ਹੈ ਕਿ ਸਿਰਫ ਅਰੇਂਜਮੈਂਟ ਹੈ, ਅਸੀਂ ਕੁਝ ਪਰਸਨਸ ਨੂੰ ਉਠਾ ਕੇ ਕਿਤੇ ਰੱਖ ਦਿੱਤਾ, ਕੁਝ ਕਿਸੇ ਨੂੰ ਕਿਤੇ ਹੈ, ਸਾਰੇ ਕੀ ਹੈ ਮੈਨੇਜਰਸ ਨੇ। ਕੋਈ ਕੁਝ ਕੰਮ ਕਰ ਰਿਹਾ, ਕੋਈ ਕਿਸੇ ਕੰਮ ਦੇ ਲਈ ਰਿਸਪੌਂਸੀਬਲ ਹੈ, ਉਸ ਤਰ੍ਹਾਂ ਦੀ ਉਸਨੂੰ ਅਥਾਰਟੀ ਦਿੱਤੀ ਗਈ ਹੈ, ਉਸੇ ਤਰ੍ਹਾਂ ਦਾ ਉਸਨੂੰ ਫੰਕਸ਼ਨ ਵੀ ਦਿੱਤਾ ਗਿਆ। It suggests the arrangement of managerial personnel in an organization. It depends upon the size, technology, volume, production। ਅਸਲ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਲੈਵਲ ਹੁੰਦੇ ਕਿੰਨੇ ਆ, ਇਹ ਚੀਜ਼ ਡਿਪੈਂਡ ਕਰਦੀ ਹੈ ਉਸ ਆਰਗੇਨਾਈਜੇਸ਼ਨ ਦਾ ਸਾਈਜ਼ ਕਿੱਡਾ ਕੁ ਵੱਡਾ ਹੈ, ਉਸ ਆਰਗੇਨਾਈਜੇਸ਼ਨ ਦੇ ਵਿੱਚ ਵੋਲਿਊਮ ਆਫ ਪ੍ਰੋਡਕਸ਼ਨ ਕਿੰਨਾ ਕੁ ਜ਼ਿਆਦਾ ਆ, ਜਾਂ ਉੱਥੇ ਟੈਕਨੋਲੋਜੀ ਕਿਸ ਤਰ੍ਹਾਂ ਦੀ ਯੂਜ਼ ਹੁੰਦੀ ਹੈ। ਅਗਰ ਸਾਰੀ ਚੀਜ਼ ਕੰਪਿਊਟਰਾਈਜ਼ਡ ਹੀ ਹੁੰਦਾ ਹੈ ਸਾਰਾ ਵਰਕ, ਤਾਂ ਉੱਥੇ ਸਾਨੂੰ ਕੋਈ ਜ਼ਿਆਦਾ ਵੱਡੇ ਲੈਵਲ ਰੱਖਣ ਦੀ ਲੋੜ ਨਹੀਂ ਹੈ। ਅਗਰ ਉੱਥੇ ਪ੍ਰੋਡਕਸ਼ਨ ਜ਼ਿਆਦਾ ਨਹੀਂ ਹੁੰਦਾ, ਅਸੀਂ ਸਿਰਫ ਟ੍ਰੇਡਿੰਗ ਫਰਮ ਹੈ ਸਾਡੀ, ਸਮਾਨ ਰੈਡੀਮੇਡ ਮੰਗਵਾਉਣਾ, ਲਿਆ ਕੇ ਵੇਚ ਦੇਣਾ, ਤਾਂ ਉੱਥੇ ਸਾਨੂੰ ਜ਼ਿਆਦਾ ਲੈਵਲਸ ਬਣਾਉਣ ਦੀ ਲੋੜ ਨਹੀਂ ਹੈ। ਇਹੀ ਅਸੀਂ ਗੱਲ ਕੀਤੀ ਸੀ ਕਿ ਸੋਲ ਪ੍ਰੋਪਰਾਈਟਰ ਹੈ, ਪਾਰਟਨਰਸ਼ਿਪ ਹੈ, ਅਤੇ ਇੱਥੇ ਸਾਨੂੰ ਕਿੰਨੇ ਕੁ ਲੈਵਲਸ ਦੀ ਲੋੜ ਪਊਗੀ। ਸੋ ਡਿਪੈਂਡ ਕਰਦਾ ਤੁਹਾਡੇ ਨੇਚਰ, ਸਾਈਜ਼ ਆਫ ਬਿਜ਼ਨਸ ਦੇ ਉੱਪਰ ਵੀ। ਅਗਰ ਅਸੀਂ ਜਨਰਲ ਵੇ 'ਚ ਗੱਲ ਕਰੀਏ, ਬਰੋਡਲੀ ਸਪੀਕ ਕਰੀਏ, ਤਾਂ ਦੇਰ ਆਰ 2 ਲੈਵਲਸ ਇਨ ਮੈਨੇਜਮੈਂਟ। ਫਸਟ ਐਡਮਿਨਿਸਟ੍ਰੇਟਿਵ ਲੈਵਲ ਹੈ, ਸੈਕਿੰਡ ਓਪਰੇਟਿਵ। ਦੇਖੋ ਆਈ ਉੱਥੇ ਹੀ ਗੱਲ ਆਈ ਕਿ ਅਸੀਂ ਲਾਸਟ ਟੌਪਿਕ ਛੱਡਿਆ ਸੀ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਦੇ ਵਿਚਕਾਰ। ਸੋ ਜਿਹੜਾ ਐਡਮਿਨਿਸਟ੍ਰੇਟਿਵ ਲੈਵਲ ਹੈ, ਇਸ ਨੂੰ ਅਪਰ ਲੈਵਲ ਰੱਖਿਆ ਗਿਆ, ਔਰ ਜੋ ਓਪਰੇਟਿੰਗ ਲੈਵਲ ਹੈ ਉਸ ਨੂੰ ਡਾਊਨ ਲੈਵਲ ਰੱਖਿਆ ਗਿਆ। ਐਡਮਿਨਿਸਟ੍ਰੇਟਰ ਨੇ ਕੀ ਕਰਨਾ ਹੈ, ਮੈਨੇਜਮੈਂਟ ਅਸੀਂ ਕਿਹਾ ਸੀ ਕਿ ਦੋਨਾਂ ਨੂੰ ਇੰਟਰਚੇਂਜੇਬਲੀ ਯੂਜ਼ ਕੀਤਾ ਜਾਂਦਾ ਹੈ, ਦੋਨੋਂ ਇੱਕੋ ਹੀ ਨੇ। ਬਟ ਕੰਮ ਕੀ ਹੈ, ਜਿੰਨਾ ਅਪਰ ਲੈਵਲ ਚਲੇ ਜਾਊਗਾ ਉੱਥੇ ਅਸੀਂ ਵਰਡ ਯੂਜ਼ ਕਰਦੇ ਹਾਂ ਐਡਮਿਨਿਸਟ੍ਰੇਟਰ, ਔਰ ਜਿੱਥੇ ਅਸੀਂ ਲੋਅਰ ਲੈਵਲ 'ਤੇ ਆ ਜਾਂਦੇ ਹਾਂ, ਜਿੱਥੇ ਅਸੀਂ ਕੰਮ ਕਰਵਾਉਣਾ ਹੈ, ਉੱਥੇ ਅਸੀਂ ਗੱਲ ਕਰਦੇ ਹਾਂ ਮੈਨੇਜਰ ਦੀ। ਕਲੀਅਰ। ਸੋ ਇੱਥੇ ਅਸੀਂ ਗੱਲ ਕਰਨੀ ਹੈ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਇਜ਼ ਰਿਲੇਟਡ ਵਿਦ ਥਿੰਕਿੰਗ ਪ੍ਰੋਸੈਸ। ਐਡਮਿਨਿਸਟ੍ਰੇਟਿਵ ਮੈਨੇਜਮੈਂਟ ਨੇ ਕੀ ਕਰਨਾ ਹੈ, ਸੋਚਣਾ ਹੈ ਕਿ ਕਰਨਾ ਕੀ ਹੈ, ਆਬਜੈਕਟ ਕੀ ਹੋਣਗੇ, ਪਾਲਿਸੀ ਕੀ ਹੋਊਗੀ ਸਾਡੀ। ਔਰ ਜੋ ਸਾਡੀ ਓਪਰੇਟਿਵ ਮੈਨੇਜਮੈਂਟ ਹੈ, ਇਹ ਡੂਇੰਗ ਪ੍ਰੋਸੈਸ ਨਾਲ ਰਿਲੇਟਡ ਹੈ, ਮਤਲਬ ਇਸ ਨੇ ਕੰਮ ਕਰਵਾਉਣਾ ਹੈ ਅੱਗੇ। ਲੇਕਿਨ ਜਨਰਲੀ ਅਸੀਂ ਅਗਰ ਗੱਲ ਕਰੀਏ ਤਾਂ ਅਸੀਂ ਬਿਜ਼ਨਸ ਨੂੰ 3 ਲੈਵਲਸ ਦੇ ਵਿੱਚ ਵੰਡਿਆ ਹੋਇਆ ਹੈ। ਤਾਂ ਉਹ ਕਿਹੜੇ 3 ਲੈਵਲ ਹੈ, ਇੱਥੇ ਅਸੀਂ ਐਕਸਪਲੇਨ ਕੀਤੇ ਆ। ਕਿਹੜੇ ਟੌਪ ਲੈਵਲ ਹੈ ਇੱਕ ਸਾਡਾ, ਇੱਕ ਮਿਡਲ ਲੈਵਲ ਹੁੰਦਾ ਹੈ, ਇੱਕ ਸਾਡਾ ਲੋਅਰ ਲੈਵਲ ਹੁੰਦਾ ਹੈ। ਦੇਖੋ ਇੱਥੇ ਅਗਰ ਅਸੀਂ ਗੱਲ ਕਰੀਏ, ਟੌਪ ਲੈਵਲ ਐਡਮਿਨਿਸਟ੍ਰੇਟਿਵ ਹੋ ਗਿਆ, ਮਿਡਲ ਔਰ ਲੋਅਰ ਜਿਹੜੇ ਹੈ ਇਹ ਸਾਡਾ ਓਪਰੇਟਿੰਗ ਨੇਚਰ ਦੇ ਹੋ ਗਏ। ਲੇਕਿਨ ਇੱਥੇ ਅਸੀਂ ਤਿੰਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਡਿਫਾਈਨ ਕਰਨਾ ਹੈ, ਕਿਉਂਕਿ ਤਿੰਨਾਂ ਦੇ ਅਲੱਗ-ਅਲੱਗ ਹੀ ਕੰਮ ਹੋਣਗੇ। ਹੁਣ ਅਸੀਂ ਪਹਿਲਾਂ ਟੌਪ ਲੈਵਲ ਦੇਖੀਏ ਕਿ ਟੌਪ ਲੈਵਲ ਦੀ ਜੋ ਮੈਨੇਜਮੈਂਟ ਹੈ ਇਹਦੇ ਵਿੱਚ ਕੀ ਹੁੰਦਾ ਹੈ। ਦਿਸ ਲੈਵਲ ਕੰਸਿਸਟ ਆਫ ਮੋਸਟ ਸੀਨੀਅਰ ਐਗਜ਼ੀਕਿਊਟਿਵ ਆਫ ਆਰਗੇਨਾਈਜੇਸ਼ਨ। ਹੁਣ ਇਹਦੇ ਅੰਦਰ ਕੀ ਹੈ, ਮੋਸਟ ਸੀਨੀਅਰ ਪਰਸਨਸ, ਜਿੰਨੇ ਵੀ ਜ਼ਿਆਦਾ ਸੀਨੀਅਰ ਪਰਸਨਸ ਹੈ ਉਹ ਇਹਦੇ ਅੰਦਰ ਇਨਵੋਲਵ ਹੁੰਦੇ ਆ। ਐਗਜ਼ਾਮਪਲ ਕੀ ਹੈ, ਇੱਥੇ ਬੋਰਡ ਆਫ ਡਾਇਰੈਕਟਰਸ ਦੀ ਗੱਲ ਕੀਤੀ, ਮੈਨੇਜਿੰਗ ਡਾਇਰੈਕਟਰਸ ਦੀ ਗੱਲ ਕੀਤੀ, ਪ੍ਰੈਜ਼ੀਡੈਂਟਸ ਦੀ ਗੱਲ ਕੀਤੀ, ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹਾਂ, ਚੀਫ ਐਗਜ਼ੀਕਿਊਟਿਵ ਆਫਿਸਰ ਜਾਂ ਚੀਫ ਫਾਈਨੈਂਸ਼ੀਅਲ ਕੰਟਰੋਲਰ ਦੀ ਗੱਲ ਕਰੀਏ ਤਾਂ ਇੱਥੇ ਇਹੀ ਪਰਸਨ ਹੈ। ਹੁਣ ਜਿਨ੍ਹਾਂ ਦੇ ਕੰਮ ਕੀ ਹੈ, ਦੇਖੋ ਹੁਣ ਇਹ ਜਿਹੜੇ ਪਰਸਨਸ ਨੇ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਆਰਗੇਨਾਈਜੇਸ਼ਨ ਦੇ ਹੀ ਹੈੱਡ ਮੰਨੇ ਜਾਂਦੇ ਆ ਸਾਰੇ ਇਹ। ਠੀਕ ਆ, ਸਾਰਾ ਕੰਮ ਜਿਹੜਾ ਹੈ ਇਹਨਾਂ ਦੀ ਸੋਚ ਵਿਚਾਰ ਨਾਲ ਕੀਤਾ ਜਾਊਗਾ। ਹੁਣ ਇਹਨਾਂ ਦੇ ਫੰਕਸ਼ਨ ਕੀ ਹੋਣਗੇ, ਅਪਰ ਲੈਵਲ ਦੇ ਆ ਇਹ, ਤਾਂ ਇਹਨਾਂ ਦਾ ਕੰਮ ਥਿੰਕਿੰਗ ਪ੍ਰੋਸੈਸ ਨਾਲ ਹੈ, ਕਰਨਾ ਕੁਛ ਨਹੀਂ ਇਹਨਾਂ ਨੇ, ਕਰਵਾਉਣਾ ਹੈ। ਸੋ ਥਿੰਕਿੰਗ ਪ੍ਰੋਸੈਸ ਦੇ ਵਿੱਚ ਕੀ ਆਊਗਾ,
ਸਭ ਤੋਂ ਪਹਿਲਾਂ ਸਾਡੇ ਆਬਜੈਕਟਸ ਆ ਜਾਣਗੇ, ਫਿਰ ਉਸ ਤੋਂ ਬਾਅਦ ਸਾਡੀਆਂ ਕੀ ਆ ਪਲਾਨ, ਸਾਡੀਆਂ ਪਾਲਿਸੀਜ਼ ਆ ਜਾਣਗੀਆਂ। ਫਿਰ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਜੌਬ ਅਸਾਈਨ ਕਰਨੀ ਹੈ ਮਿਡਲ ਮੈਨੇਜਮੈਂਟ ਨੂੰ, ਉਹਨਾਂ ਨੂੰ ਅਸੀਂ ਇਹਦੇ ਲਈ ਅਥਾਰਟੀ ਦੇਣੀ ਹੈ ਅਤੇ ਨਾਲ ਨਾਲ ਰਿਸਪੋਂਸੀਬਿਲਿਟੀ ਜਿਹੜੀ ਹੈ ਉਹ ਵੀ ਦੇ ਦੇਣੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰਨਾ ਹੈ। ਕੋਆਰਡੀਨੇਟ ਕਰਕੇ ਫਿਰ ਅਸੀਂ ਇਸ਼ੂ ਕਰਨੀਆਂ ਉਹਨਾਂ ਨੂੰ ਗਾਈਡਲਾਈਨਸ, ਡਾਇਰੈਕਸ਼ਨਸ ਪ੍ਰੋਵਾਈਡ ਕਰਨੀਆਂ ਉਹਨਾਂ ਨੂੰ ਕੰਮ ਕਰਨਾ ਕਿਵੇਂ ਹੈ। ਇਹ ਸਾਰਾ ਕੁਝ ਕਰ ਲਿਆ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਰਿਸੋਰਸਿਸ ਪ੍ਰੋਵਾਈਡ ਜ਼ਰੂਰ ਕਰਵਾਉਣੇ ਆ, ਕਿਉਂਕਿ ਉਹਨਾਂ ਨੇ ਕੰਮ ਕਰਨਾ ਹੈ ਕਿਵੇਂ ਕਰਨਾ ਹੈ, ਰਿਸੋਰਸਿਸ ਦੀ ਹੈਲਪ ਨਾਲ ਹੀ ਕਰਨਾ ਹੈ। ਇਹਨਾਂ ਨੂੰ ਅਰੇਂਜ ਕਰਵਾਉਣਾ ਇਹ ਸਾਡਾ ਫਰਜ਼ ਹੈ, ਹੈੱਡ ਦਾ ਫਰਜ਼ ਹੈ। ਉਸ ਤੋਂ ਬਾਅਦ ਕੀ ਹੈ ਕਿ ਅਸੀਂ ਰਿਸਪੌਂਸੀਬਲ ਹੋਵਾਂਗੇ ਸਾਡੇ ਬਿਜ਼ਨਸ ਦੀ ਸਰਵਾਈਵਲ ਦੇ ਲਈ, ਸਾਡੇ ਬਿਜ਼ਨਸ ਦੀ ਗਰੋਥ ਦੇ ਲਈ, ਸਾਡੇ ਰਿਜ਼ਲਟਸ ਦੇ ਲਈ। ਅਸੀਂ ਹੀ ਰਿਸਪੌਂਸੀਬਲ ਹਾਂ, ਕਿਉਂਕਿ ਅਸੀਂ ਕੌਣ ਆ, ਅਸੀਂ ਹੈੱਡ ਹਾਂ। ਤਾਂ ਹੈੱਡ ਦਾ ਹੀ ਜਿਹੜਾ ਸਾਰਾ ਰਿਜ਼ਲਟ ਹੁੰਦਾ ਹੈ ਉਹ ਹੈੱਡ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਰਿਜ਼ਲਟ ਜਿਹੜੇ ਆ ਅਪ ਟੂ ਮਾਰਕ ਆਏ ਜਾਂ ਨਹੀਂ ਆਏ, ਪ੍ਰੋਬਲਮ ਆਈ ਹੈ ਕਿਉਂ ਆਈ ਹੈ, ਠੀਕ ਹੈ ਨਾ। ਸੋ ਉਸ ਦੇ ਨੀਚੇ ਕੀ ਆ ਗਿਆ, ਪ੍ਰੋਵਾਈਡਿੰਗ ਆਲ ਲੀਡਰਸ਼ਿਪ ਜਿਹੜੀ ਹੈ, ਓਵਰਆਲ ਲੀਡਰਸ਼ਿਪ ਇਹ ਕਰਦੇ ਆ। ਉਸ ਤੋਂ ਬਾਅਦ ਕੀ ਕਿ ਮਿਡਲ ਲੈਵਲ ਮੈਨੇਜਮੈਂਟ ਟੂਵਰਡ ਦਾ ਗੋਲ ਐਸਟੈਬਲਿਸ਼ਮੈਂਟ, ਜੋ ਵੀ ਰਿਪੋਰਟਿੰਗ ਸਿਸਟਮ ਜਨਰੇਟ ਕਰਨਾ ਉਹ ਇਹਨਾਂ ਨੇ ਹੀ ਕਰਵਾਉਣਾ ਹੈ। ਸੋ ਓਵਰਆਲ ਲੀਡਰ ਕੌਣ ਹੁੰਦੇ ਆ, ਓਵਰਆਲ ਲੀਡਰ ਇਹੀ ਹੁੰਦੇ ਆ। ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਐਟ ਦਾ ਟੌਪ ਆਫ ਆਰਗੇਨਾਈਜੇਸ਼ਨ ਬੈਠੇ ਆ ਇਹ, ਇਹਨਾਂ ਮਾਲਕ ਵੀ ਕਹਿ ਸਕਦੇ ਹਾਂ ਅਸੀਂ। ਇਹਨਾਂ ਦਾ ਕੰਮ ਕੀ ਹੈ, ਸਾਰੀਆਂ ਚੀਜ਼ਾਂ ਦੇ ਰਿਗਾਰਡਿੰਗ ਡਿਸੀਜ਼ਨ ਲੈਣੇ। ਹਾਂ, ਡਿਸੀਜ਼ਨ ਇਹ ਕਿਵੇਂ ਲੈ ਸਕਦੇ ਆ, ਇਹ ਮਿਡਲ ਮੈਨੇਜਮੈਂਟ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਡਿਸੀਜ਼ਨ ਲੈ ਸਕਦੇ ਆ, ਉਹ ਇੱਕ ਸੈਪਰੇਟ ਚੀਜ਼ ਹੈ। ਬਟ ਅਲਟੀਮੇਟ ਡਿਸੀਜ਼ਨ ਕਿਹਨਾਂ ਦਾ ਹੋਊਗਾ, ਉਹ ਇਹਨਾਂ ਦਾ ਹੀ ਹੋਏਗਾ, ਟੌਪ ਲੈਵਲ ਮੈਨੇਜਮੈਂਟ ਦਾ ਹੀ ਹੋਊਗਾ। ਕਲੀਅਰ ਹੈ ਜੀ। ਨੈਕਸਟ ਦੇਖਦੇ ਆਪਾਂ ਮਿਡਲ ਲੈਵਲ ਮੈਨੇਜਮੈਂਟ। ਹੁਣ ਇਹਨਾਂ ਦਾ ਕੀ ਕੰਮ ਹੈ, ਇਹ ਉਸ ਤੋਂ ਨਿਚਲਾ ਲੈਵਲ ਆ ਗਿਆ ਮਿਡਲ ਲੈਵਲ। ਹੁਣ ਮਿਡਲ ਲੈਵਲ ਦੇ ਉੱਪਰ ਕੀ ਹੋਇਆ, ਐਕਟ ਐਜ਼ ਅ ਲਿੰਕ ਬਿਟਵੀਨ ਟੌਪ ਲੈਵਲ ਮੈਨੇਜਮੈਂਟ ਐਂਡ ਲੋਅਰ ਲੈਵਲ ਮੈਨੇਜਮੈਂਟ। ਦੇਖੋ ਜੋ ਟੌਪ ਲੈਵਲ ਦੇ ਉੱਪਰ ਬੈਠੇ ਸੀ ਸਾਡੇ ਐਡਮਿਨਿਸਟ੍ਰੇਟਰ, ਉਹਨਾਂ ਦੇ ਵਿਚਕਾਰ ਤੇ ਜਿਹੜੇ ਸਾਡੇ ਲੋਅਰ ਲੈਵਲ ਦੇ ਉੱਪਰ ਸਾਡੇ ਓਪਰੇਸ਼ਨਸ ਬੈਠੇ ਆ, ਉਹਨਾਂ ਦੇ ਵਿਚਕਾਰ ਅਸੀਂ ਇੱਕ ਲਿੰਕ ਦਾ ਕੰਮ ਕਰਨਾ ਹੈ। ਮਤਲਬ ਅਸੀਂ ਕੀ ਕਰਨਾ ਹੈ, ਇੱਧਰੋਂ ਫਾਈਲ ਫੜ ਕੇ ਨੀਚੇ ਫਾਈਲ ਭੇਜ ਦੇਣੀ ਆ ਕਿ ਤੁਹਾਨੂੰ ਆਹ ਕੰਮ ਮਿਲਿਆ ਜੀ। ਹੁਣ ਉਹ ਡਾਇਰੈਕਟ ਜਿਹੜੇ ਅੱਪਰ ਲੈਵਲ ਸਾਡਾ ਬੈਠਾ, ਉਹ ਡਾਇਰੈਕਟ ਹੀ ਜਿਹੜਾ ਵਰਕਰਸ ਦੇ ਉੱਪਰ ਨਿਗਾਹ ਨਹੀਂ ਰੱਖੂਗਾ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਇੱਕ ਮੈਨੇਜਰ ਅਪਾਇੰਟ ਕਰ ਲਿਆ। ਉਹਨੂੰ ਇਹ ਕਹਿ ਦਿੱਤਾ ਕਿ ਤੂੰ ਨਿਚਲਿਆਂ ਤੇ ਨਿਗਾਹ ਰੱਖਣੀ ਹੈ, ਕਿ ਤੂੰ ਕੰਮ ਕਰਵਾਉਣਾ, ਮੇਰੇ ਲਈ ਜਵਾਬਦੇਹੀ ਤੇਰੀ ਹੈ। ਤਾਂ ਹੁਣ ਨਿਚਲੇ ਨੇ ਕੀ ਕੀਤਾ, ਫਿਰ ਆਪਣੇ ਨੀਚੇ ਵੀ ਇੱਕ ਬੰਦਾ ਅਪਾਇੰਟ ਕਰ ਲਿਆ, ਉਹਦੇ ਨੀਚੇ ਉਹਨੇ ਵਰਕਰ ਅਪਾਇੰਟ ਕਰ ਦਿੱਤੇ। ਹੁਣ ਕੰਮ ਅਲਟੀਮੇਟ ਵਰਕਰ ਕਰ ਰਹੇ ਆ। ਉਹਨਾਂ ਦੇ ਉੱਪਰ ਜੋ ਉਹਨੇ ਮੈਨੇਜਰ ਅਪਾਇੰਟ ਕੀਤਾ, ਉਹ ਲੋਅਰ ਲੈਵਲ ਦੀ ਮੈਨੇਜਮੈਂਟ 'ਚ ਚਲਾ ਗਿਆ ਬੰਦਾ, ਜਿਹੜਾ ਕਿ ਡਾਇਰੈਕਟ ਵਰਕਰਸ ਦੀ ਕੰਟੈਕਟ ਦੇ ਵਿੱਚ ਰਹੂਗਾ। ਹੁਣ ਨਾ ਤਾਂ ਅਪਰ ਲੈਵਲ ਜਿਹੜਾ ਹੈ ਟੌਪ ਲੈਵਲ ਉਹ ਵਰਕਰ ਦੇ ਕੰਟੈਕਟ ਦੇ ਵਿੱਚ ਹੈ, ਨਾ ਹੀ ਮਿਡਲ ਲੈਵਲ ਵਰਕਰ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਹੈ। ਸੋ ਡਾਇਰੈਕਟ ਕੰਟੈਕਟ ਦੇ ਵਿੱਚ ਕੌਣ ਹੋ ਗਿਆ, ਲੋਅਰ ਲੈਵਲ ਮੈਨੇਜਮੈਂਟ ਹੋ ਗਈ। ਕਲੀਅਰ ਹੈ। ਸੋ ਮਿਡਲ ਮੈਨੇਜਮੈਂਟ ਜਿਹੜੀ ਹੈ ਕਰਦਾ, ਇਹਨਾਂ ਨੇ ਵੀ ਕੁਝ ਨਹੀਂ ਕਰਨਾ। ਇਹਨਾਂ ਨੇ ਕੀ ਕਰਨਾ ਹੈ, ਫਿਰ ਅੱਗੇ ਮੇਨ ਫੰਕਸ਼ਨ ਕੀ ਹੈ ਕਿ ਇਹਨਾਂ ਨੇ ਉਹ ਪਾਲਿਸੀਜ਼ ਐਗਜ਼ੀਕਿਊਟ ਕਰਵਾਉਣੀਆਂ ਨੇ, ਜਿਹੜੀਆਂ ਪਾਲਿਸੀਆਂ ਕਿ ਅੱਪਰ ਲੈਵਲ ਤੋਂ ਮਿਲੀਆਂ ਇਹਨਾਂ ਨੂੰ। ਇਹਨਾਂ ਨੇ ਬਸ ਉਹ ਐਗਜ਼ੀਕਿਊਟ ਕਰਵਾਉਣੀਆਂ, ਉਹ ਪਾਲਿਸੀਜ਼ ਨੀਚੇ ਦੱਸਣੀਆਂ ਇਹਨਾਂ ਨੇ ਕਿ ਕੰਮ ਤੁਸੀਂ ਕਿਵੇਂ ਕਰਨਾ ਹੈ। ਇਹਨਾਂ ਦੇ ਕੋਲ ਵੀ ਅਥਾਰਟੀ ਆਈ ਹੈ, ਇਹਨਾਂ ਨੇ ਥੋੜੀ ਅਥਾਰਟੀ ਨੀਚੇ ਦੇ ਦੇਣੀ ਹੈ। ਮਤਲਬ ਅਥਾਰਟੀ ਦਾ ਜੋ ਫਲੋ ਹੈ ਉਹ ਟੌਪ ਤੋਂ ਨੀਚੇ ਨੂੰ ਜਾ ਰਿਹਾ, ਡਾਊਨਵਰਡ ਹੋਊਗਾ ਜਿਹੜਾ ਅਥਾਰਟੀ ਦਾ ਫਲੋ ਹੋਊਗਾ। ਜਿਹਦੇ ਕੋਲ ਅਥਾਰਟੀ ਹੈ ਉਹੀ ਅਥਾਰਟੀ ਦੂਜੇ ਨੂੰ ਦੇ ਸਕਦਾ। ਸਭ ਤੋਂ ਵੱਧ ਅਥਾਰਟੀ ਕਿਹਦੇ ਕੋਲ, ਟੌਪ ਲੈਵਲ ਕੋਲ। ਉਹਨੇ ਕਿਹਨੂੰ ਦਿੱਤੀ, ਮਿਡਲ ਨੂੰ। ਮਿਡਲ ਵਾਲੇ ਕੋਲ ਅਥਾਰਟੀ ਆਈ ਤਾਂ ਉਹਨੇ ਕੀ ਕੀਤਾ, ਥੋੜੀ ਜਿਹੀ ਅਥਾਰਟੀ ਨੀਚੇ ਦੇ ਦਿੱਤੀ, ਜਿਸ ਨੂੰ ਅਸੀਂ ਕੀ ਬੋਲਿਆ, ਲੋਅਰ ਲੈਵਲ। ਸੋ ਅਥਾਰਟੀ ਦਾ ਜਿਹੜਾ ਫਲੋ ਹੈ ਉਹ ਕੀ ਚੱਲ ਰਿਹਾ, ਡਾਊਨਵਰਡ ਚੱਲ ਰਿਹਾ। ਰਿਸਪੌਂਸਿਬਿਲਿਟੀ ਦਾ ਫਲੋ ਅਪਵਰਡ ਚੱਲੂਗਾ। ਸਭ ਤੋਂ ਨਿਚਲਾ ਬੰਦਾ ਸਭ ਤੋਂ ਜ਼ਿਆਦਾ ਰਿਸਪੌਂਸਿਬਲ ਹੋਊਗਾ, ਉਹਨੇ ਆਪਣੀ ਰਿਪੋਰਟ ਮਿਡਲ ਤੇ ਭੇਜਣੀ ਹੈ, ਮਿਡਲ ਵਾਲੇ ਨੇ ਰਿਪੋਰਟ ਟੌਪ ਤੇ ਭੇਜਣੀ ਹੈ। ਤਾਂ ਅਲਟੀਮੇਟ ਛਿੱਤਰ ਕਿਹਦੇ ਪੈਣਗੇ ਅਗਰ ਦੇਖਿਆ ਜਾਵੇ ਤਾਂ ਮਿਡਲ ਵਾਲੇ ਦੇ ਪੈਣਗੇ। ਹੁਣ ਉਹ ਆਪਣੀ ਪੜਾਸ ਜਾ ਕੇ ਕਿਤੇ ਕੱਢੂਗਾ, ਫਿਰ ਲੋਅਰ ਲੈਵਲ ਤੇ ਕੱਢੂਗਾ। ਠੀਕ ਹੈ ਨਾ। ਜਿਵੇਂ ਹੁਣ ਗੱਲ ਕਰਦੇ ਹਾਂ ਅਸੀਂ ਕਿ ਸਕੂਲਾਂ ਕਾਲਜਸ ਦੇ ਵਿੱਚ ਅਲਟੀਮੇਟ ਮੈਨੇਜਮੈਂਟ ਜਿਹੜੀ ਹੁੰਦੀ ਹੈ ਉਹ ਕੀ ਕਰਦੇ ਆ, ਆਪਣਾ ਗੁੱਸਾ ਪ੍ਰਿੰਸੀਪਲ ਨੂੰ ਦਿਖਾ ਦਿੰਦੇ ਆ, ਅਤੇ ਪ੍ਰਿੰਸੀਪਲ ਆਪਣਾ ਗੁੱਸਾ ਟੀਚਰਸ ਨੂੰ ਦਿਖਾ ਦਿੰਦਾ। ਟੀਚਰ ਆਪਣਾ ਗੁੱਸਾ ਕਿਤੇ ਕੱਢੂਗਾ, ਅਲਟੀਮੇਟ ਬੱਚਿਆਂ ਤੇ।
ਹੁਣ ਗਵਰਨਮੈਂਟ ਦੇ ਰੂਲ ਹੈ ਕਿ ਬੱਚਿਆਂ ਤੇ ਵੀ ਨਹੀਂ ਕੱਢ ਸਕਦੇ, ਤਾਂ ਫਿਰ ਉਹ ਵਿਚਾਰਾ ਗੁੱਸਾ ਲੈ ਕੇ ਆਪਣੇ ਘਰੇ ਚਲਾ ਜਾਂਦਾ ਹੈ ਨਾ। ਸੋ ਇਹ ਪ੍ਰੋਬਲਮਸ ਆਉਂਦੀਆਂ ਨੇ ਸਾਡੇ। ਸੋ ਅਗਰ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕਿਹੜੇ ਮੈਨੇਜਰਸ ਹੁੰਦੇ ਆ। ਇਹਨਾਂ ਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਹੁੰਦਾ ਹੈ, ਇਹਦੇ ਵਿੱਚ ਮਾਰਕੀਟਿੰਗ ਮੈਨੇਜਰ ਹੁੰਦਾ ਹੈ, ਇਸ ਦੇ ਵਿੱਚ ਹਿਊਮਨ ਰਿਸੋਰਸ ਮੈਨੇਜਰ ਹੋਏਗਾ, ਇਸ ਦੇ ਵਿੱਚ ਓਪਰੇਸ਼ਨਲ ਮੈਨੇਜਰ ਹੁੰਦਾ ਹੈ। ਮਤਲਬ ਕੀ ਕੀਤਾ, ਇੱਥੇ ਸਾਡੇ ਕੋਲ ਫੰਕਸ਼ਨਸ ਅਲੱਗ-ਅਲੱਗ ਕਰ ਲਏ ਗਏ ਆਰਗੇਨਾਈਜੇਸ਼ਨ ਦੇ ਵਿੱਚ, ਔਰ ਉਹ ਫੰਕਸ਼ਨਲ ਮੈਨੇਜਰ ਜਿਹੜੇ ਹੈ ਉਹ ਸਾਡੇ ਮਿਡਲ ਲੈਵਲ ਮੈਨੇਜਰ ਬਣਾ ਦਿੱਤੇ ਗਏ। ਹਰੇਕ ਫੰਕਸ਼ਨ ਹੁਣ ਇਹਨਾਂ ਨੇ ਹੀ ਦੇਖਣਾ ਹੈ, ਚਾਹੇ ਉਹ ਪ੍ਰੋਡਕਸ਼ਨ ਦਾ ਹੈ, ਚਾਹੇ ਉਹ ਸੇਲ ਦਾ ਹੈ, ਚਾਹੇ ਉਹ ਹਿਊਮਨ ਰਿਸੋਰਸ ਮਤਲਬ ਬੰਦੇ ਰੱਖਣ ਦਾ ਹੈ, ਚਾਹੇ ਉਹ ਬਾਕੀ ਓਪਰੇਸ਼ਨਸ ਕਰਨ ਦਾ ਹੈ, ਚਾਹੇ ਅਸੀਂ ਫਾਈਨਾਂਸ ਦੀ ਗੱਲ ਕਰ ਲਈਏ, ਠੀਕ ਹੈ ਨਾ। ਐਵਰੀ ਕਾਈਂਡ ਆਫ ਵਰਕ ਜਿਹੜਾ ਹੈ ਉਹ ਇਹੀ ਦੇਖਣਗੇ। ਹੁਣ ਇਹਨਾਂ ਦੇ ਡਿਸੀਜ਼ਨ ਦੇ ਨਾਲ ਹੀ ਉਹ ਕੰਮ ਕੀਤਾ ਜਾਏਗਾ। ਹੁਣ ਸਾਡੇ ਕੋਲ ਇੱਥੇ ਆ ਜਾਂਦਾ ਹੈ ਮੇਨ ਫੰਕਸ਼ਨ, ਕਿ ਇਹਨਾਂ ਦੇ ਫੰਕਸ਼ਨਸ ਕਿਹੜੇ ਹੋਣਗੇ। ਪਹਿਲਾ ਫੰਕਸ਼ਨ ਸਾਡੇ ਕੋਲ ਕੀ ਹੈ, ਇੰਪਲੀਮੈਂਟੇਸ਼ਨ ਆਫ ਪੋਲਿਸੀਜ਼, ਜਿਸ ਦੇ ਲਈ ਇਹ ਲੈਵਲ ਬਣਾਇਆ ਗਿਆ ਕਿ ਪੋਲਿਸੀਜ਼ ਡਿਸਾਈਡ ਕੀਤੀਆਂ ਟੌਪ ਲੈਵਲ ਨੇ। ਇਹਨਾਂ ਦਾ ਕੰਮ ਕੀ ਹੋਊਗਾ, ਉੱਥੇ ਉਹਨਾਂ ਪੋਲਿਸੀਜ਼ ਨੂੰ ਸਿਰਫ ਇੰਪਲੀਮੈਂਟ ਕਰਵਾਉਣਾ, ਮਤਲਬ ਲਾਗੂ ਕਰਵਾਉਣਾ, ਉਹ ਇਹਨਾਂ ਦਾ ਕੰਮ ਹੈ। ਇੰਪਲੀਮੈਂਟ ਕਰਵਾਤਾ ਇਹਨਾਂ ਨੇ ਪੋਲਿਸੀਜ਼ ਨੂੰ। ਆਰਗੇਨਾਈਜ਼ ਦਾ ਐਕਟੀਵਿਟੀਜ਼ ਆ ਡਿਫਰੈਂਟ ਲੈਵਲ। ਹੁਣ ਇਹਨਾਂ ਨੇ ਆਰਗੇਨਾਈਜ਼ ਕਰਨੀਆਂ ਨੇ ਉਹ ਐਕਟੀਵਿਟੀਜ਼ ਅਕੋਰਡਿੰਗ ਟੂ ਪਲੈਨਿੰਗ। ਕਿਵੇਂ ਕਰਨਾ, ਕੀ ਹੈ, ਵਟ ਟੂ ਡੂ, ਵੈਨ ਟੂ ਡੂ, ਕਦੋਂ ਕਰਨਾ ਹੈ, ਹਾਊ ਟੂ ਡੂ, ਕਿਵੇਂ ਕਰੋਗੇ, ਐਂਡ ਹੂ ਵਿਲ ਡੂ ਇਟ, ਤੇ ਇਸ ਨੂੰ ਕਰੂਗਾ ਕੌਣ। ਇਹ ਸਾਰਾ ਕੁਝ ਹੁਣ ਇਹਨਾਂ ਨੇ ਡਿਸਾਈਡ ਕਰ ਦੇਣਾ। ਇਹਨਾਂ ਨੇ ਵੀ ਆਪਣੇ ਨੀਚੇ ਮੈਨੇਜਰ ਰੱਖੇ ਹੋਏ ਆ, ਉਹਨਾਂ ਨੂੰ ਕੰਮ ਵੰਡ ਦੇਣਾ, ਡਿਸਟ੍ਰੀਬਿਊਟ ਕਰ ਦੇਣਾ। ਉਸ ਤੋਂ ਬਾਅਦ ਥਰਡ ਹੈ ਕਿ ਇਹਨਾਂ ਨੇ ਸਿਲੈਕਟ ਕਰਨੇ ਆ ਇੰਪਲੋਈਜ਼ ਵਰਕਰ ਫॉर द ਆਰਗੇਨਾਈਜੇਸ਼ਨ, ਜਿਸ 'ਚ ਰਿਕਰੂਟਮੈਂਟ ਵੀ ਆ ਜਾਂਦੀ ਹੈ, ਸਿਲੈਕਸ਼ਨ ਵੀ ਆ ਜਾਂਦੀ ਹੈ। ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਰਿਕਰੂਟਮੈਂਟ ਜਿਹੜੀ ਹੈ ਉਹ ਅਲੱਗ ਚੀਜ਼ ਆ, ਸਿਲੈਕਸ਼ਨ ਅਲੱਗ ਚੀਜ਼ ਹੈ। ਉਹ ਕੀ ਹੁੰਦੇ ਆ ਉਹ ਆਪਣੇ ਨੈਕਸਟ ਚੈਪਟਰਾਂ ਦੇ ਵਿੱਚ ਆਉਣਗੇ, ਠੀਕ ਹੈ ਜੀ। ਨੈਕਸਟ ਹੈ ਸਾਡੇ ਕੋਲ ਮੋਟੀਵੇਟ ਕਰਨ ਦਾ ਕੰਮ ਹੈ ਇਹਨਾਂ ਦਾ, ਕਿ ਇੰਪਲੋਈਜ਼ ਨੂੰ ਅਸੀਂ ਮੋਟੀਵੇਟ ਕਿਵੇਂ ਕਰਨਾ। ਮੋਟੀਵੇਸ਼ਨ ਹੁੰਦੀ ਕੀ ਹੈ, ਦੇਖੋ ਕਿਸੇ ਕੰਮ ਨੂੰ ਕਰਨ ਦੀ ਸਾਡੇ ਅੰਦਰ ਇੱਕ ਖਿੱਚ ਹੈ, ਇੱਕ ਲਗਨ ਹੈ ਕਿ ਇਹ ਕੰਮ ਮੈਂ ਕਰਨਾ ਹੀ ਕਰਨਾ ਹੈ, ਦੈਟ ਇਜ਼ ਮੋਟੀਵੇਸ਼ਨ। ਉਹ ਇੰਟਰਨਲ ਸਟਿਮੂਲੀ ਹੁੰਦੀ ਹੈ, ਕਿਸੇ ਨਾ ਕਿਸੇ ਚੀਜ਼ ਦਾ ਮੈਨੂੰ ਲਾਲਚ ਜ਼ਰੂਰ ਹੈ, ਉੱਥੇ ਕਿਸੇ ਨਾ ਕਿਸੇ ਚੀਜ਼ ਨੂੰ ਅਚੀਵ ਕਰਨ ਦੀ ਮੇਰੇ ਅੰਦਰ ਭੁੱਖ ਹੈ, ਉਹੀ ਮੇਰੇ ਅੰਦਰ ਕੀ ਹੈ, ਮੋਟੀਵੇਸ਼ਨ ਹੈ। ਹੁਣ ਇੱਥੇ ਮੈਨੇਜਰਸ ਜਿਹੜੇ ਹੈ ਉਹ ਆਪਣੇ ਵਰਕਰਸ ਨੂੰ ਮੋਟੀਵੇਟ ਕਰਦੇ ਆ ਕਿ ਇਹ ਕੰਮ ਉਹਨਾਂ ਨੇ ਕਿਉਂ ਕਰਨਾ ਹੈ ਤੇ ਇਹ ਕੰਮ ਕਰਨ ਦਾ ਉਹਨਾਂ ਨੂੰ ਫਾਇਦਾ ਕੀ ਹੋਊਗਾ। ਇਹ ਚੀਜ਼ਾਂ ਜਦੋਂ ਅਸੀਂ ਉਹਨਾਂ ਨੂੰ ਦੱਸਾਂਗੇ, ਜਾਂ ਉਹਨਾਂ ਨੂੰ ਅਸੀਂ ਕੋਈ ਲਾਲਚ ਦੇਵਾਂਗੇ, ਜਾਂ ਅਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਾਂਗੇ, ਕਿਉਂਕਿ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਨਾਲ, ਜਾਂ ਡੰਡੇ ਨਾਲ। ਔਰ ਉਹੀ ਚਾਰ ਚੀਜ਼ਾਂ ਸਾਡੀਆਂ ਮੋਟੀਵੇਸ਼ਨ ਹੈ, ਕਿਉਂਕਿ ਮੋਟੀਵੇਸ਼ਨ ਆਈਦਰ ਪੋਜ਼ਿਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ। ਹੁਣ ਦੋਨਾਂ ਚੋਂ ਮੈਨੇਜਰ ਕੀ ਯੂਜ਼ ਕਰ ਰਿਹਾ ਉਹ ਉਹਦੀ ਕਲਾ ਹੈ, ਇਸੇ ਕਰਕੇ ਮੈਨੇਜਮੈਂਟ ਕਲਾ ਹੈ। ਹੁਣ ਅੱਗੇ ਦੇਖਦੇ ਹਾਂ ਆਪਾਂ ਕੀ ਹੈ। ਇਹ ਸਾਰੀਆਂ ਚੀਜ਼ਾਂ ਨਾਲ ਡਿਸਾਈਡ ਕਰ ਲਈਆਂ ਇਹਨਾਂ ਨੇ, ਵਰਕਰ ਵੀ ਸਿਲੈਕਟ ਕਰ ਲਏ, ਭਰਤੀ ਕਰ ਲਏ, ਰਿਕਰੂਟਮੈਂਟ ਕਰ ਲਈ। ਉਸ ਤੋਂ ਬਾਅਦ ਮੋਟੀਵੇਟ ਕਰ ਦਿੱਤਾ ਉਹਨਾਂ ਨੂੰ ਕਿ ਕੰਮ ਕਰਨਾ ਹੈ, ਯੈਸ ਉਹ ਵੀ ਚਾਰਜ ਹੋ ਗਏ ਔਰ ਆਪਣੇ ਕੰਮ 'ਤੇ 100% ਆਪਣਾ ਦੇ ਰਹੇ ਆ। ਉਸ ਤੋਂ ਬਾਅਦ ਉਹਨਾਂ ਨੂੰ ਇੰਸਟਰਕਸ਼ਨਸ ਪ੍ਰੋਵਾਈਡ ਕਰਨੀ ਹੈ ਕਿ ਤੁਸੀਂ ਕੰਮ ਨੂੰ ਕਰਨਾ ਕਿਵੇਂ ਹੈ। ਉਹਨਾਂ ਨੂੰ ਕੰਟਰੋਲ ਵੀ ਕਰਨਾ ਜ਼ਰੂਰੀ ਹੈ। ਹੁਣ ਇੰਸਟਰਕਸ਼ਨਸ ਪ੍ਰੋਵਾਈਡ ਕਿਵੇਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਕੰਮ ਨੂੰ ਕਿਵੇਂ ਕਰਨਾ ਹੈ। ਉਹਨਾਂ ਨੂੰ ਮੈਥਡਸ ਸਮਝਾਣੇ, ਦੱਸਣੇ, ਟੈਕਨੋਲੋਜੀ ਬਾਰੇ ਦੱਸਣਾ, ਅਤੇ ਉਹਨਾਂ ਨੂੰ ਕੰਟਰੋਲ ਕਰਨਾ। ਕੰਟਰੋਲ ਕਿਵੇਂ ਕੀਤਾ ਜਾਊਗਾ, ਉਹਨਾਂ ਦੇ ਲਈ ਇੱਕ ਲੈਵਲ ਸੈੱਟ ਕਰ ਦਿਓ ਕਿ ਇੰਨਾ ਕੰਮ ਤੁਹਾਡਾ ਹੋਣਾ ਚਾਹੀਦਾ ਹੈ, ਔਰ ਉਸ ਤੋਂ ਬਾਅਦ ਉਹਨਾਂ ਦੀ ਐਕਚੁਅਲ ਪਰਫੋਰਮੈਂਸ ਦੇਖ ਲਓ ਕਿ ਕਿੰਨੀ ਹੈ, ਫਿਰ ਉਹਨੂੰ ਆਪਸ 'ਚ ਕੰਪੇਅਰ ਕਰ ਦਿਓ। ਇਹੀ ਕੰਟਰੋਲ ਹੈ। ਕੰਟਰੋਲ ਦਾ ਮਤਲਬ ਕੋਈ ਡੰਡਾ ਫੜ ਕੇ ਖੜਨ ਦਾ ਨਹੀਂ ਹੈ। ਕੰਟਰੋਲ ਦਾ ਮਤਲਬ ਕਿ ਉਹਨਾਂ ਦੀ ਐਕਚੁਅਲ ਪਰਫੋਰਮੈਂਸ ਨੂੰ ਉਹਨਾਂ ਨੂੰ ਦਿੱਤੇ ਗਏ ਟਾਰਗੇਟ ਨਾਲ ਕੰਪੇਅਰ ਕਰ ਲਓ। ਜੇ ਡੇਵੀਏਸ਼ਨਸ ਨੇ, ਮਤਲਬ ਕੋਈ ਪ੍ਰੋਬਲਮ ਹੈ, ਲੂਪ ਹੋਲਸ ਨੇ, ਤਾਂ ਉਹਦੇ ਲਈ ਉਸ ਤਰ੍ਹਾਂ ਦੇ ਐਕਸ਼ਨ ਲੈਣੇ। ਇਹੀ ਕੰਟਰੋਲਿੰਗ ਦਾ ਓਵਰਆਲ ਪ੍ਰੋਸੈਸ ਹੈ। ਪ੍ਰੋਵਾਈਡ ਕਰਨਾ ਸੀ ਇਹ ਸਾਰਾ ਕੁਝ ਉਹਨਾਂ ਨੇ। ਰਿਪੋਰਟਿੰਗ ਸਿਸਟਮ ਇਹਦੇ ਲਈ ਅਸੀਂ ਜਿਹੜਾ ਹੈ ਐਸਟੈਬਲਿਸ਼ ਕਰ ਸਕਦੇ ਹਾਂ, ਜਿਹਦੇ ਨਾਲ ਕੰਟਰੋਲ ਸਿਸਟਮ ਜਿਹੜਾ ਹੈ ਐਕਟੀਵੇਟ ਹੋ ਜਾਏਗਾ। ਫਿਰ ਅਸੀਂ ਕੋਆਰਡੀਨੇਟ ਜਾਂ ਕੋਆਪਰੇਟ ਕਰਨਾ ਹੈ। ਕੋਆਪਰੇਟ ਕਰਨਾ ਹੈ ਵਿਦ ਅਦਰ ਡਿਪਾਰਟਮੈਂਟਸ। ਦੇਖੋ ਡਿਪਾਰਟਮੈਂਟਸ ਮਤਲਬ ਆ ਸਾਰਾ ਕੁਛ, ਆ ਸਾਰੇ ਡਿਪਾਰਟਮੈਂਟਸ ਹੀ ਹੈ ਸਾਡੇ। ਹੁਣ ਇਹਨਾਂ ਦੇ ਨਾਲ ਅਸੀਂ ਕੀ ਕਰਨਾ ਹੈ, ਅਸੀਂ ਕੋਆਪਰੇਟ ਕਰਨਾ, ਅਸੀਂ ਤਾਲਮੇਲ ਬਿਠਾ ਕੇ ਰੱਖਣਾ ਹੈ, ਔਰ ਉਹ ਹੋਣਾ ਬੜਾ ਜ਼ਰੂਰੀ ਹੈ। ਜਿਵੇਂ ਕਿ ਇੱਕ ਪਰਚੇਜ਼ ਡਿਪਾਰਟਮੈਂਟ ਹੈ ਸਾਡਾ, ਔਰ ਇੱਕ ਪ੍ਰੋਡਕਸ਼ਨ ਡਿਪਾਰਟਮੈਂਟ ਹੈ, ਇੱਕ ਸੇਲ ਡਿਪਾਰਟਮੈਂਟ ਹੈ।
ਸੇਲ ਡਿਪਾਰਟਮੈਂਟ ਬਾਹਰੋਂ ਮਾਰਕੀਟਿੰਗ ਕਰਕੇ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਦੱਸਦੇ ਆ ਕਿ ਪ੍ਰੋਡਕਟ 'ਚ ਕੀ ਕੀ ਚੇਂਜਸ ਕਰਨੀਆਂ ਨੇ ਜਾਂ ਵੋਲਿਊਮ ਆਫ ਪ੍ਰੋਡਕਸ਼ਨ ਕਿੰਨਾ ਕਰਨਾ ਹੈ ਕਿ ਸੇਲ ਬਾਹਰ ਵਧੀ ਹੋਈ ਹੈ, ਡਿਮਾਂਡ ਵੱਧ ਗਈ। ਹੁਣ ਉਹ ਅਗਰ ਕੋਆਪਰੇਟ ਨਹੀਂ ਕਰੂਗਾ ਤਾਂ ਕੀ ਹੋਊਗਾ, ਪ੍ਰੋਡਕਸ਼ਨ ਨਾਰਮਲ ਵੋਲਿਊਮ ਤੇ ਹੋਊਗਾ। ਸਪਲਾਈ ਕਰੋਗੇ, ਡਿਮਾਂਡ ਜ਼ਿਆਦਾ ਆ, ਤੁਹਾਡਾ ਪ੍ਰੋਡਕਟ ਪੂਰਾ ਨਹੀਂ ਪੈਣਾ, ਜਿਹਦੇ ਕਰਕੇ ਕੀ ਹੋਊਗਾ, ਡਿਮਾਂਡ ਜ਼ਿਆਦਾ ਆ, ਸਪਲਾਈ ਡਾਊਨ ਹੋ ਜਾਊਗੀ ਤਾਂ ਪ੍ਰਾਈਸਿਸ ਹਿੱਲ ਜਾਣਗੇ। ਹੁਣ ਇਸੇ ਤਰ੍ਹਾਂ ਜੇ ਪ੍ਰੋਡਕਸ਼ਨ ਦਾ ਪਰਚੇਜ਼ ਨਾਲ ਨਹੀਂ ਹੋਊਗਾ ਤਾਂ ਕਿਸ ਤਰ੍ਹਾਂ ਦਾ, ਕਿਸ ਕੁਆਲਿਟੀ ਦਾ ਮਟੀਰੀਅਲ ਲੈ ਕੇ ਆਉਣਾ ਹੈ ਔਰ ਕਿੰਨੀ ਕੁਆਂਟੀਟੀ 'ਚ ਲੈ ਕੇ ਆਉਣਾ ਹੈ, ਕਿ ਕਿੰਨਾ ਵੋਲਿਊਮ ਆਫ ਪ੍ਰੋਡਕਸ਼ਨ ਹੋਣਾ ਚਾਹੀਦਾ, ਉਹ ਆਪਸ 'ਚ ਮਿਸਮੈਚ ਹੋ ਜਾਊਗਾ, ਜਿਹਦੇ ਕਰਕੇ ਸਾਨੂੰ ਪ੍ਰੋਬਲਮਸ ਆਉਣਗੀਆਂ। ਸੋ ਇਸ ਕਰਕੇ ਸਾਡਾ ਇਹ ਵੀ ਇੱਕ ਕੰਮ ਹੈ ਕਿ ਅਸੀਂ ਕੋਆਪਰੇਸ਼ਨ ਬਿਠਾ ਕੇ ਰੱਖਣਾ ਹੈ ਤਾਂ ਜੋ ਹਾਰਮੋਨੀਅਸ ਰਿਲੇਸ਼ਨ ਰਹੇ। ਇਹ ਕਿਹੜਾ ਰਿਲੇਸ਼ਨ ਹੁੰਦਾ ਹੈ ਹਾਰਮੋਨੀਅਸ ਰਿਲੇਸ਼ਨ, ਜਿਸ ਨੂੰ ਅਸੀਂ ਕਹਿੰਦੇ ਸ਼ਾਂਤਮਈ ਮਾਹੌਲ ਰਹਿੰਦਾ ਸਾਡੀ ਆਰਗੇਨਾਈਜੇਸ਼ਨ 'ਚ। ਹਰ ਚੀਜ਼ ਜਿਹੜੀ ਹੈ ਇੱਕ ਦੂਜੇ ਨਾਲ ਤਾਲਮੇਲ ਖਾ ਕੇ ਚੱਲਦੀ ਹੈ, ਕਿਤੇ ਵੀ ਜਿਹੜਾ ਕਮਿਊਨੀਕੇਸ਼ਨ ਨਹੀਂ ਹੁੰਦਾ, ਮਿਸਲੀਡਿੰਗ ਇਨਫੋਰਮੇਸ਼ਨ ਨਹੀਂ ਜਾਂਦੀ, ਤਾਂ ਉਹਨੂੰ ਅਸੀਂ ਹਾਰਮੋਨੀਅਸ ਰਿਲੇਸ਼ਨ ਕਹਿ ਦਿੰਦੇ ਹਾਂ ਕਿ ਵਧੀਆ ਰਿਲੇਸ਼ਨ ਚੱਲਦੇ ਆ, ਸਾਡੀ ਵਰਕਿੰਗ ਸਮੂਥ ਚੱਲ ਰਹੀ ਹੈ। ਸਾਡੇ ਉਹ ਰਿਲੇਸ਼ਨਸ ਮੇਨਟੇਨ ਹੋਣੇ ਜ਼ਰੂਰੀ ਹੈ, ਡਿਫਰੈਂਟ ਐਕਟੀਵਿਟੀਜ਼ ਦੇ ਅੰਦਰ ਵੀ ਔਰ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਵੀ। ਸੋ ਲਾਸਟ ਪੁਆਇੰਟ ਸਾਡਾ ਹੈ ਕਿ ਅਸੀਂ ਕਮਿਊਨੀਕੇਟਿੰਗ ਕਰਨੀ ਹੈ ਲੋਅਰ ਲੈਵਲ ਮੈਨੇਜਮੈਂਟ ਦੇ ਨਾਲ, ਟਾਈਮ ਟੂ ਟਾਈਮ ਕਮਿਊਨੀਕੇਟ ਕਰਨਾ ਵਿਦ ਦੈਮ, ਟੇਕਸ ਪ੍ਰੋਬਲਮ ਸੋਲਵ ਕਰਨਾ, ਉਹਨਾਂ ਨੂੰ ਰਿਪੋਰਟਸ ਕਲੈਕਟ ਕਰਨੀਆਂ ਨੇ ਤੇ ਟੌਪ ਮੈਨੇਜਮੈਂਟ ਨੂੰ ਭੇਜਣੀਆਂ ਨੇ। ਇਹ ਸਾਡਾ ਓਵਰਆਲ ਕੰਮ ਹੈ ਕਿ ਅਸੀਂ ਐਜ਼ ਅ ਮਿਡਲ ਮੈਨੇਜਰ ਹੁੰਦੇ ਹੋਏ ਕੀ ਕੰਮ ਕਰਨੇ ਆ। ਨੈਕਸਟ ਆ ਸਾਡੇ ਕੋਲ ਲੋਅਰ ਲੈਵਲ, ਆਪਰੇਸ਼ਨਲ ਲੈਵਲ ਆ ਜਾਂਦਾ ਹੈ। ਇਹ ਉਹ ਲੈਵਲ ਹੈ ਜਿਹੜਾ ਕਿ ਡਾਇਰੈਕਟ ਰਿਲੇਸ਼ਨ ਰੱਖਦਾ ਹੈ ਵਿਦ ਦਾ ਵਰਕਰਸ, ਕਿ ਵਰਕਰਸ ਦੇ ਨਾਲ ਅਸੀਂ ਡਾਇਰੈਕਟਲੀ ਕਿਵੇਂ ਡੀਲਿੰਗ ਕਰਨੀ ਹੈ, ਉਹਨਾਂ ਤੋਂ ਕੰਮ ਕਰਵਾਉਣਾ ਕਿਵੇਂ ਅਸੀਂ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਆਉਣਗੇ, ਸੁਪਰਵਾਈਜ਼ਰ ਆਊਗਾ ਇਸ ਦੇ ਵਿੱਚ, ਫੋਰਮੈਨ ਆਊਗਾ ਇਸ 'ਚ, ਸੁਪਰਡੈਂਟ ਆਊਗਾ ਇਸ 'ਚ, ਸੈਕਟਰ ਆਫਿਸਰ, ਸੈਕਸ਼ਨ ਆਫਿਸਰਸ ਆਉਣਗੇ, ਇੰਸਪੈਕਟਰ ਆਊਗਾ। ਕਹਿਣ ਦਾ ਮਤਲਬ ਕਿ ਇਹ ਉਹ ਵਰਕਰਸ ਨੇ ਜਿਹੜੇ ਡਾਇਰੈਕਟਲੀ ਜਾਂ ਤਾਂ ਮਸ਼ੀਨਾਂ ਦੇ ਨਾਲ ਜੁੜੇ ਹੋਏ ਆ, ਜਾਂ ਮਟੀਰੀਅਲ ਦੇ ਨਾਲ ਜੁੜੇ ਹੋਏ ਆ, ਜਾਂ ਇਨਸਪੈਕਸ਼ਨ ਦੇ ਕੰਮ ਦੇ ਨਾਲ ਜੁੜੇ ਹੋਏ ਆ, ਜਾਂ ਵਰਕਰਸ ਦੇ ਉਹਨਾਂ ਨੂੰ ਇੰਸਟਰਕਸ਼ਨਾਂ ਦੇਣ, ਉਹਨਾਂ ਨੂੰ ਕੰਮ ਸਿਖਾਉਣ, ਜਾਂ ਉਹਨਾਂ ਨੂੰ ਦੇਖਣ ਦੇ ਨਾਲ ਜੁੜੇ ਹੋਏ ਆ। ਸੋ ਇਹਨਾਂ ਦਾ ਫੰਕਸ਼ਨ ਕੀ ਹੋਊਗਾ, ਇਹਨਾਂ ਦਾ ਫੰਕਸ਼ਨ ਹੈ ਮੇਨਟੇਨ ਗੁੱਡ ਵਰਕਿੰਗ ਕੰਡੀਸ਼ਨਸ। ਹੁਣ ਇਹ ਕਿਉਂਕਿ ਵਰਕਰਸ ਦੇ ਨਾਲ ਜੁੜੇ ਹੋਏ ਆ, ਸੋ ਇਹਨਾਂ ਦੇ ਕੰਮ ਵੀ ਵਰਕਰਸ ਨਾਲ ਹੀ ਰਿਲੇਟਡ ਹੋਣਗੇ ਸਾਰੇ। ਪਹਿਲਾ ਕੰਮ ਕੀ ਇਹਨਾਂ ਦਾ ਕਿ ਇਹਨਾਂ ਨੇ ਅੱਛੀਆਂ ਵਰਕਿੰਗ ਕੰਡੀਸ਼ਨਸ ਜਿਹੜੀਆਂ ਨੇ ਉਹ ਬਣਾ ਕੇ ਰੱਖਣੀਆਂ ਉਹਨਾਂ ਲਈ। ਦੂਸਰਾ ਕੰਮ ਕੀ ਹੈ ਇਹਨਾਂ ਲਈ ਕਿ ਉਹਨਾਂ ਨੂੰ ਇਹਨਾਂ ਨੇ ਰਿਸੋਰਸਸ ਪ੍ਰੋਵਾਈਡ ਕਰਨੇ ਆ, ਉਹ ਰਿਸੋਰਸਸ ਜਿਹੜੇ ਕਿ ਸਾਡੇ ਪ੍ਰੋਡਕਸ਼ਨ ਦੇ ਲਈ ਜ਼ਰੂਰੀ ਹੋਣਗੇ। ਫਿਰ ਅਸੀਂ ਕੀ ਹੈ ਇਹਨਾਂ ਨੂੰ ਇੰਸਟਰਕਸ਼ਨਸ ਪ੍ਰੋਵਾਈਡ ਕਰ ਦੇਣੀਆਂ। ਇੰਸਟਰਕਸ਼ਨਸ ਤੋਂ ਬਾਅਦ ਅਸੀਂ ਇਹਨਾਂ 'ਚ ਕੋਆਰਡੀਨੇਸ਼ਨ ਬਿਠਾ ਕੇ ਰੱਖਣਾ ਜ਼ਰੂਰੀ ਹੈ। ਇੰਸਟਰਕਸ਼ਨਸ ਕੀ ਦੇਣੀਆਂ ਨੇ ਕਿ ਕੰਮ ਕਿਵੇਂ ਕਰਨਾ, ਠੀਕ ਹੈ। ਇਹਦੇ ਵਿੱਚ ਫਿਰ ਅਸੀਂ ਉਹੀ ਕੁਐਸਚਨ ਲਿਖ ਸਕਦੇ ਹਾਂ ਕਿ ਵਟ ਟੂ ਡੂ, ਵੈਨ ਟੂ ਡੂ, ਹਾਊ ਟੂ ਡੂ, ਹੂ ਵਿਲ ਡੂ ਇਟ, ਅਸੀਂ ਇਹ ਲਿਖ ਸਕਦੇ ਹਾਂ ਇਸ ਦੇ ਅੰਦਰ ਵੀ। ਕਿ ਇੱਥੇ ਵੀ ਅਸੀਂ ਉਹੀ ਕੁਐਸਚਨਸ ਜਿਹੜੇ ਆ ਰਾਈਜ਼ ਕਰ ਦਿੰਦੇ ਹਾਂ ਕਿ ਇਹ ਕੰਮ ਨੂੰ ਕੌਣ ਕਰੂਗਾ, ਕਿਵੇਂ ਕਰਨਾ ਹੈ, ਠੀਕ ਹੈ ਨਾ। ਸੋ ਅੱਗੇ ਹੈ ਸਾਡੇ ਕੋਲ ਕਿ ਕੋਆਰਡੀਨੇਟ ਬਿਠਾਉਣਾ, ਤਾਲਮੇਲ ਐਕਟੀਵਿਟੀਜ਼ ਦੇ ਵਿੱਚ, ਕਿਉਂਕਿ ਇੱਥੇ ਸਾਡੀਆਂ ਐਕਟੀਵਿਟੀਜ਼ ਵੀ ਜੁੜੀਆਂ ਹੋਈਆਂ, ਇੱਥੇ ਸਾਡਾ ਪ੍ਰੋਸੈਸ ਹੈ ਜੁੜਿਆ ਹੋਇਆ ਕਿ ਕੰਮ ਨੂੰ ਕਿਵੇਂ ਕਰਨਾ। ਅਸੀਂ ਇੱਕ ਸੀਰੀਜ਼ ਆਫ ਪ੍ਰੋਸੈਸ ਦੇ ਵਿੱਚ ਕਰਦੇ ਹਾਂ, ਅਸੀਂ ਉਹ ਦੇਖਣਾ ਕਿ ਉਹਨਾਂ 'ਚ ਐਕਟੀਵਿਟੀ 'ਚ ਤਾਲਮੇਲ ਬੈਠੇ। ਅਸੀਂ ਵਰਕਰਸ ਦੇ ਵਿੱਚ ਤਾਲਮੇਲ ਬਿਠਾਉਣਾ, ਕੁਝ ਸੀਨੀਅਰ ਹੋਣਗੇ, ਕੁਝ ਜੂਨੀਅਰ ਲੈਵਲ 'ਤੇ ਆ, ਕੁਝ ਸੀਨੀਅਰ ਲੈਵਲ 'ਤੇ ਆ, ਕੁਝ ਨਵੇਂ ਹੋਣਗੇ, ਅਪ੍ਰੈਂਟਿਸ ਲੈਵਲ 'ਤੇ ਹੋਣਗੇ। ਅਪ੍ਰੈਂਟਿਸ ਮਤਲਬ ਨਵੇਂ, ਨੌ ਸਿੱਖੀ ਆ ਕੇ ਆ ਜਾਂਦਾ ਅਪ੍ਰੈਂਟਿਸ ਨੂੰ, ਜਿਹੜਾ ਕਿ ਨਵਾਂ ਹਜੇ ਸਿੱਖਣ ਆਇਆ ਹੋਇਆ, ਸਿੱਖ ਰਿਹਾ ਹੈ। ਸੋ ਉਹਨਾਂ ਆਪਸ ਦੇ ਵਿੱਚ ਕਿਵੇਂ ਤਾਲਮੇਲ ਬਿਠਾਉਣਾ ਕਿ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਚੱਲਣ, ਗਰੁੱਪ ਐਕਟੀਵਿਟੀ 'ਚ ਰਹਿ ਕੇ ਕੰਮ ਕਰਨਾ, ਇਹ ਜ਼ਰੂਰੀ ਹੈ। ਅਸੀਂ ਉਹਨਾਂ ਨੂੰ ਸਾਰਾ ਕੁਝ ਮੇਨਟੇਨ ਕਰਨਾ, ਉਹਦੇ ਅੰਦਰ ਕੋਆਰਡੀਨੇਸ਼ਨ ਜਿਹੜਾ ਐਸਟੈਬਲਿਸ਼ ਕਰਨਾ ਸੀ। ਇਸ ਤੋਂ ਬਾਅਦ ਕੀ ਅਸੀਂ ਫੀਡਬੈਕ ਲੈਣਾ ਇੰਪਲੋਈਜ਼ ਤੋਂ। ਕਾਹਦਾ ਫੀਡਬੈਕ ਲੈਣਾ ਸੀ ਕਿ ਜਿਹੜੇ ਆ ਉੱਪਰ ਅਸੀਂ ਫੰਕਸ਼ਨ ਕੀਤੇ, ਕਿਆ ਇਹ ਸਾਰੇ ਦੇ ਸਾਰੇ ਫੰਕਸ਼ਨ ਸਮੂਥਲੀ ਚੱਲੇ, ਕਿ ਉਹਨਾਂ ਨੂੰ ਕੰਮ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਈ, ਕਿ ਇਨਵਾਇਰਨਮੈਂਟ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈ। ਤਾਂ ਜਦੋਂ ਅਸੀਂ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ ਤਾਂ ਸਾਨੂੰ ਕੁਝ ਆਪਣੀਆਂ ਕਮੀਆਂ ਦਾ ਪਤਾ ਲੱਗਦਾ ਹੈ ਕਿ ਇਨ ਫਿਊਚਰ ਅਸੀਂ ਉਹ ਚੀਜ਼ਾਂ ਨੂੰ ਹਟਾ ਸਕਦੇ ਹਾਂ। ਫਿਰ ਅਸੀਂ ਅਸਿਸਟ ਕਰਨਾ ਹੈ ਮਿਡਲ ਮੈਨੇਜਮੈਂਟ ਦਾ, ਕਾਹਦੇ ਵਿੱਚ ਕਿ ਅਸੀਂ ਵਰਕਰਸ ਨੂੰ ਜਦੋਂ ਰਿਕਰੂਟ ਕਰਨਾ ਹੈ ਤਾਂ ਅਸੀਂ ਉਹਨਾਂ ਦੀ ਹੈਲਪ ਕਰਨੀ ਹੈ, ਕਿਉਂਕਿ ਡਾਇਰੈਕਟ ਲੈਵਲ 'ਤੇ ਕੰਮ ਨਾਲ ਅਸੀਂ ਜੁੜੇ ਹੋਏ ਹਾਂ, ਉਹ ਨਹੀਂ ਜੁੜੇ ਹੋਏ। ਤਾਂ ਜਦੋਂ ਇੱਕ ਵਰਕਰ ਦੀ ਸਿਲੈਕਸ਼ਨ ਹੁੰਦੀ ਹੈ, ਇੰਟਰਵਿਊ ਹੁੰਦੀ ਹੈ, ਤਾਂ ਉਹ 'ਤੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਫਿਰ ਉਹ ਉਸ ਦਾ ਬੌਸ ਹੀ ਪੁੱਛੂਗਾ ਜਿਸ ਦੇ ਕੋਲ ਉਸਨੇ ਜਾ ਕੇ ਕੰਮ ਕਰਨਾ ਹੈ।
ਉਹ ਕੌਣ ਹੋਏਗਾ? ਫਿਰ ਉਹ ਲੋਅਰ ਲੈਵਲ ਦੀ ਮੈਨੇਜਮੈਂਟ ਹੋਊਗੀ। ਫਿਰ ਇਹ ਅਸਿਸਟ ਕਰ ਸਕਦੇ ਆ ਮਿਡਲ ਮੈਨੇਜਮੈਂਟ ਦੀ ਬੰਦਿਆਂ ਨੂੰ ਭਰਤੀ ਕਰਨ ਦੇ ਟਾਈਮ, ਰਿਕਰੂਟਮੈਂਟ ਐਂਡ ਸਿਲੈਕਸ਼ਨ ਦੇ ਟਾਈਮ। ਫਿਰ ਐਡਰੈਸ ਕਰਨੀ ਅਸੀਂ ਪ੍ਰੋਬਲਮਸ ਐਂਡ ਗ੍ਰੀਵੈਂਸਸ ਆਫ ਦਾ EMPLOYEES। ਅਸੀਂ ਉਹਨਾਂ ਨੂੰ ਠੀਕ ਕਰਨਾ ਹੈ। ਜੇ ਸਾਡੇ ਹੱਥ ਬਸ ਨਹੀਂ ਹੋਊਗਾ ਤਾਂ ਅਸੀਂ ਉਹਨਾਂ ਨੂੰ ਮਿਡਲ ਮੈਨੇਜਮੈਂਟ ਦੇ ਕੋਲ ਸ਼ਿਫਟ ਕਰਨਾ, ਟ੍ਰਾਂਸਫਰ ਕਰਨਾ ਉਹ ਪ੍ਰੋਬਲਮਸ ਨੂੰ, ਤਾਂ ਜੋ ਅਸੀਂ ਇਹਨਾਂ ਦਾ ਸੋਲੂਸ਼ਨ ਕਰਾ ਸਕੀਏ ਜਲਦੀ, ਤਾਂ ਜੋ ਸਾਨੂੰ ਅਗਲੀ ਵਾਰ ਨਾ ਪ੍ਰੋਬਲਮ ਆਵੇ। ਕੁਆਲਿਟੀ ਤੇ ਵੋਲਿਊਮ ਆਫ ਪ੍ਰੋਡਕਸ਼ਨ ਜਿਹੜਾ ਹੈ ਉਸ ਨੂੰ ਅਸੀਂ ਮੇਨਟੇਨ ਕਰਕੇ ਰੱਖਣਾ, ਇਹ ਵੀ ਸਾਡਾ ਕੰਮ ਹੈ, ਕਿਉਂਕਿ ਡਾਇਰੈਕਟ ਲੈਵਲ ਤੇ ਪ੍ਰੋਡਕਸ਼ਨ ਦੇ ਨਾਲ ਅਸੀਂ ਜੁੜੇ ਹੋਏ ਹਾਂ, ਵਰਕਰਸ ਦੇ ਨਾਲ ਅਸੀਂ ਜੁੜੇ ਹੋਏ ਹਾਂ। ਨੈਕਸਟ ਪੁਆਇੰਟ ਹੈ ਮੋਟੀਵੇਟਿੰਗ ਦਾ ਵਰਕਰ। ਫਿਰ ਕਿਉਂਕਿ ਵਰਕਰ ਨਾਲ ਡਾਇਰੈਕਟ ਅਸੀਂ ਜੁੜੇ ਹੋਏ ਹਾਂ, ਕੰਮ ਅਸੀਂ ਲੈਣਾ ਹੈ, ਮਿਡਲ ਮੈਨੇਜਮੈਂਟ ਨੇ ਨਹੀਂ ਲੈਣਾ। ਉਹਨਾਂ ਨੇ ਤਾਂ ਸਿਰਫ ਕੀ ਕੀਤਾ, ਪਾਲਿਸੀਜ਼ ਅੱਗੇ ਬਣਾ ਕੇ ਸਾਨੂੰ ਭੇਜ ਦਿੱਤੀਆਂ। ਕੰਮ ਕਰਨਾ ਕੀ ਨੇ ਆ, ਉਹ ਲੋਅਰ ਲੈਵਲ ਮੈਨੇਜਮੈਂਟ ਨੇ ਹੀ ਕਰਵਾਉਣਾ ਹੈ। ਸੋ ਇਸ ਕਰਕੇ ਵਰਕਰਸ ਨੂੰ ਟਾਈਮ ਟੂ ਟਾਈਮ ਜਿਹੜਾ ਮੋਟੀਵੇਸ਼ਨ ਪ੍ਰੋਵਾਈਡ ਕਰਨਾ ਹੈ ਉਹ ਵੀ ਇਹਨਾਂ ਦਾ ਕੰਮ ਹੋਊਗਾ। ਮੋਟੀਵੇਸ਼ਨ ਕਰਨ ਤੋਂ ਬਾਅਦ ਕੀ ਹੈ, ਉਹਨਾਂ ਤੋਂ ਆਈਡੀਆਜ਼ ਕਲੈਕਟ ਕਰਨੇ ਆ ਫॉर ਦਾ ਬੈਟਰਮੈਂਟ ਦੇ ਲਈ। ਇਹ ਬੜਾ ਜ਼ਰੂਰੀ ਹੈ ਪੁਆਇੰਟ, ਕਿਉਂਕਿ ਅਗਰ ਅਸੀਂ ਮੋਟੀਵੇਸ਼ਨ ਦੇਣਾ ਉਹਨਾਂ ਨੂੰ ਤਾਂ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਉਹਨਾਂ ਨੂੰ ਇਹ ਅਹਿਸਾਸ ਕਰਾਓ ਕਿ ਯੂ ਆਰ ਦਾ ਪਾਰਟ ਆਫ ਆਰਗੇਨਾਈਜੇਸ਼ਨ ਐਂਡ ਆਰਗੇਨਾਈਜੇਸ਼ਨ ਇਜ਼ ਅ ਪਾਰਟ ਆਫ ਯੂਅਰਸ, ਕਿ ਤੁਸੀਂ ਹੋ ਤਾਂ ਆਰਗੇਨਾਈਜੇਸ਼ਨ ਹੈ, ਅਗਰ ਤੁਸੀਂ ਨਹੀਂ ਹੋਵੋਗੇ ਤਾਂ ਆਰਗੇਨਾਈਜੇਸ਼ਨ ਵੀ ਖਤਮ ਹੋ ਜਾਊਗੀ। ਜਦੋਂ ਇਹ ਅਹਿਸਾਸ ਵਰਕਰ ਨੂੰ ਹੋਊਗਾ ਤਾਂ ਉਹ ਆਪਣੇ ਆਪ ਨੂੰ ਆਰਗੇਨਾਈਜੇਸ਼ਨ ਦਾ ਇੱਕ ਪਾਰਟ ਸਮਝਣ ਲੱਗ ਜਾਂਦਾ, ਫਿਰ ਉਹਦੀ ਬੈਟਰਮੈਂਟ ਵਾਸਤੇ ਸੋਚਣ ਲੱਗ ਜਾਂਦਾ। ਔਰ ਜਦੋਂ ਬੈਟਰਮੈਂਟ ਵਾਸਤੇ ਸੋਚਿਆ, ਉਹ ਆਈਡੀਆ ਲੈ ਕੇ ਤੁਹਾਡੇ ਪਾਸ ਆਇਆ, ਤਾਂ ਤੁਸੀਂ ਉਹਨੂੰ ਇਹ ਨਹੀਂ ਕਹਿਣਾ ਕਿ ਤੂੰ ਤਾਂ ਇੱਕ ਵਰਕਰ ਹੈ, ਤੂੰ ਕਿਵੇਂ ਸੋਚ ਸਕਦਾ ਇਹ ਕੰਮ ਸਾਡਾ ਹੈ। ਨਹੀਂ, ਉਸ ਦੇ ਆਈਡੀਆ ਨੂੰ ਵੈਲਕਮ ਕਰੋ, ਉਹਦਾ ਆਈਡੀਆ ਲੈ ਕੇ ਉੱਪਰ ਤੱਕ ਜਾਓ, ਉਸ ਨੂੰ ਅਪਰੇਜ਼ ਕਰੋ ਉਸ ਚੀਜ਼ ਲਈ ਕਿ ਉਸਨੇ ਸੋਚਿਆ ਆਰਗੇਨਾਈਜੇਸ਼ਨ ਦੇ ਲਈ, ਸ਼ਾਬਾਸ਼ ਦਿਓ ਉਸ ਨੂੰ। ਤੇ ਉਹ ਕਰਨ ਤੋਂ ਬਾਅਦ ਫਿਰ ਅਸੀਂ ਕੀ ਕਰਨਾ, ਕਮਿਊਨੀਕੇਟ ਕਰਨਾ ਵਿਦ ਦਾ ਮਿਡਲ ਮੈਨੇਜਮੈਂਟ। ਅਸੀਂ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਨੇ ਮਿਡਲ ਮੈਨੇਜਮੈਂਟ ਨਾਲ ਕਮਿਊਨੀਕੇਟ ਕਰਨੀਆਂ, ਸੋ ਦੈਟ ਕਿ ਅਸੀਂ ਆਪਣਾ ਟਾਰਗੇਟ ਟਾਈਮ ਸਿਰ ਅਚੀਵ ਵੀ ਕਰ ਸਕਦੇ ਹਾਂ, ਅਸੀਂ ਅੱਛੇ ਰਿਲੇਸ਼ਨਸ ਜਿਹੜੇ ਆ ਉਹ ਮੇਨਟੇਨ ਕਰ ਸਕਦੇ ਹਾਂ। ਹੁਣ ਇਹ ਕੰਮ ਸੀ ਲੋਅਰ ਲੈਵਲ ਮੈਨੇਜਮੈਂਟ ਦਾ। ਤਿੰਨੋਂ ਲੈਵਲ ਆਫ ਮੈਨੇਜਮੈਂਟ ਜਿਹੜੇ ਹੈ ਆਪਾਂ ਨੇ ਐਕਸਪਲੇਨ ਕਰ ਲਏ। ਹੋਪਫੁਲੀ ਕਿ ਤੁਹਾਨੂੰ ਤਿੰਨੋਂ ਲੈਵਲ ਸਮਝ ਆ ਗਏ ਹੋਣਗੇ। ਛੋਟਾ ਜਿਹਾ ਟੌਪਿਕ ਸੀ ਇਹ, ਜ਼ਿਆਦਾ ਇੰਪੋਰਟੈਂਸ ਨਹੀਂ ਰੱਖਦਾ ਇਹ, ਬਟ ਹਾਂ ਠੀਕ ਹੈ ਕਿ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਹੈ ਕਿ ਇੱਕ ਬਿਜ਼ਨਸ ਦੇ ਵਿੱਚ ਜਿਹੜੀ ਮੈਨੇਜਮੈਂਟ ਹੈ ਉਹ ਕਿੰਨੇ ਲੈਵਲ 'ਤੇ ਕੰਮ ਕਰਦੀ ਹੈ। ਰੱਟਾ ਇਸ ਚੀਜ਼ 'ਤੇ ਨਹੀਂ ਕਿ ਸਿਰਫ 3 ਲੈਵਲ ਹੈ ਜਾਂ 2 ਲੈਵਲ 'ਤੇ ਹੈ, ਕਿਉਂਕਿ ਅਸੀਂ ਸਟਾਰਟਿੰਗ 'ਚ ਗੱਲ ਕੀਤੀ ਕਿ ਲੈਵਲਸ ਇਹ ਚੀਜ਼ ਦੇ ਉੱਪਰ ਡਿਪੈਂਡ ਕਰਦੇ ਆ ਕਿ ਸਾਡਾ ਬਿਜ਼ਨਸ ਦਾ ਸਾਈਜ਼ ਕੀ ਹੈ, ਸਾਡਾ ਜਿਹੜਾ ਹੈ ਟੈਕਨੋਲੋਜੀ ਕੀ ਯੂਜ਼ ਹੁੰਦੀ ਹੈ, ਸਾਡੇ ਕੋਲ ਨੰਬਰ ਆਫ ਵਰਕਰਸ ਜਾਂ ਸਾਡਾ ਪ੍ਰੋਡਕਸ਼ਨ ਦਾ ਵੋਲਿਊਮ ਕਿੰਨਾ ਹੈ, ਉਹ ਹਿਸਾਬ ਨਾਲ ਸਾਡੇ ਜਿਹੜੇ ਹੈ ਲੈਵਲਸ ਡਿਸਾਈਡ ਕੀਤੇ ਜਾਂਦੇ ਆ। ਹੋਪਫੁਲੀ ਟੌਪਿਕ ਸਮਝ ਆ ਗਿਆ ਹੋਊਗਾ ਤੁਹਾਨੂੰ। ਅਗਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ ਮੈਸੇਜ ਪਾ ਕੇ ਪੁੱਛ ਸਕਦੇ ਹੋ ਜੀ। ਠੀਕ ਹੈ ਜੀ, ਥੈਂਕ ਯੂ।